ਇਹ ਸਤਿਗੁਰ ਦੇ ਚਰਨਾਂ 'ਚ ਬੇਨਤੀ ਜੋਦੜੀ ਮਾਲਕ ਦੇ ਚਰਨਾਂ 'ਚ ਕੀਤੀ ਗਈ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਦਾਸ। ਇਹ ਜਿਹੜੀ ਅਰਦਾਸ ਅੱਜ ਹੋਈ ਹੈ ਨਾ, ਇਹ ਸਾਰਿਆਂ ਡੇਰਿਆਂ 'ਤੇ, ਸਾਰਿਆਂ ਗ੍ਰਹਿ ਵਿਖੇ, ਜਿੱਥੇ ਜਿੱਥੇ ਵੀ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਮਨਾਇਆ ਜਾ ਰਿਹਾ। ਔਰ ਇਸ ਗੱਲ ਨੂੰ ਸਮਝੋ, ਸਭ ਨੇ ਅਰਦਾਸਾਂ ਵੀ ਜੋਦੜੀਆਂ ਵੀ ਪ੍ਰਵਾਨ ਹੋਈਆਂ। ਸਤਿਗੁਰ ਆਪਣੇ ਸੁਣੀ ਅਰਦਾਸ। ਜਿਹੜੇ ਸਰੀਰ ਦੂਰ ਦਰੇੜੇ ਬੈਠੇ ਨੇ, ਜਿਨ੍ਹਾਂ ਕਦੇ ਖਾਬ ਵਿੱਚ ਵੀ ਨਹੀਂ ਸੋਚਿਆ ਹੋਏਗਾ ਕਿ ਮੇਰੇ ਗ੍ਰਹਿ ਵਿਖੇ ਕੋਈ ਆ ਸਕਦਾ ਹੈ, ਅੱਜ ਵੇਖੋ ਕਿਤਨੇ ਭਾਗਾਂ ਵਾਲੇ ਹੋ। ਕਿਤਨੇ ਦਿਨ ਤੁਹਾਡੀ ਝੋਲੀ 'ਚ ਪਏ, ਤੁਹਾਡੇ ਗ੍ਰਹਿ ਵਿਖੇ ਸਤਿਗੁਰ ਭਗਵਾਨ ਦਾਸ ਸਾਹਿਬ ਜੀ ਨੇ ਚਰਨ ਪਾਏ, ਸਤਿਗੁਰ ਸੇਵਾ ਰਾਮ ਜੀ ਨੇ ਚਰਨ ਪਾਏ, ਸਤਿਗੁਰ ਨਰਾਇਣ ਦਾਸ ਸਾਹਿਬ ਜੀ ਵੀ ਚਰਨ ਪਾ ਰਹੇ ਨੇ। ਅੱਜ ਦਿਨ ਹੈ ਉਹਨਾਂ ਦਾ, ਅਤੇ ਸੰਤ ਮਾਤਾ ਜੀ ਦਾ ਵੀ ਅੱਜ ਦਿਨ ਮਨਾਇਆ ਜਾ ਰਿਹਾ। ਅਤੇ ਇਹ ਵੇਖੋ, ਇਹ ਜਿਹੜੀਆਂ ਬਰਕਤਾਂ, ਅਤੇ ਇਹ ਨਾ ਸੋਚਣਾ ਸ਼ਾਇਦ ਬੁਲਾਉਂਦੇ ਪਰਿਵਾਰ ਦੇ 2-4 ਸਰੀਰ ਆ ਜਾਂਦੇ। ਅੱਜ TV 'ਤੇ ਜਿਹੜੇ ਵੇਖ ਰਹੇ ਹੋ ਨਾ, ਇਹ ਨਾ ਸੋਚੋ ਇਹ ਸਾਰੀ ਸੰਗਤ ਨੇ ਤੁਹਾਡੇ ਗ੍ਰਹਿ ਵਿਖੇ ਚਰਨ ਪਾ ਕੇ ਤੁਹਾਡਾ ਗ੍ਰਹਿ ਪਵਿੱਤਰ ਕਰ ਦਿੱਤਾ। ਅਤੇ ਜਿਹੜੀਆਂ ਇੱਧਰੋਂ ਬਾਣੀ ਦੀਆਂ ਆਵਾਜ਼ਾਂ ਤੁਹਾਡੀ ਚਾਰ ਦੀਵਾਰੀ 'ਚ ਗੂੰਜੀਆਂ, ਉਸ ਸਤਿਗੁਰਾਂ ਦੇ, ਸਤਿਗੁਰ ਭਗਵਾਨ ਦਾਸ ਸਾਹਿਬ ਜੀ ਦੇ ਵਚਨ ਯਾਦ ਕਰੋ, ਜਿਹੜੇ ਪੋਥੀ ਸਾਹਿਬ ਵਿੱਚ ਲਿਖੇ ਨੇ ਕਿ ਭੋਂ ਭਰਨੇ ਜਾਂਦੇ ਸਨ ਅਤੇ ਨਾਲ ਹੀ ਕਬਰਾਂ ਪੈਂਦੀਆਂ ਸਨ। ਸਮਝਣਾ। ਅਤੇ ਕਹਿੰਦੇ ਸਨ ਜਿੱਥੇ ਜਿੱਥੇ ਤੱਕ ਤੁਹਾਡੀ ਆਵਾਜ਼ ਕੀਰਤਨ ਦੀ ਜਾਏਗੀ, ਜੈਕਾਰਿਆਂ ਦੀ ਗੂੰਜ ਜਾਏਗੀ, ਸਾਰੇ ਤਰ ਜਾਣਗੇ। ਅਤੇ ਉਹ ਕਬਰਾਂ 'ਚ ਪਏ ਅਗਰ ਤਰਨਗੇ, ਤਾਂ ਜਿੰਦਿਆਂ ਜੀ ਅਸੀਂ ਜਿਹੜੇ ਸਤਿਗੁਰਾਂ ਦੇ ਨਾਮ ਲੈਵਾ ਸਿੱਖ ਹਾਂ, ਉਹਨੇ ਵੀ ਸਾਰੇ ਤਰਨਗੇ। ਇਹ ਗੱਲ ਨੂੰ ਸਮਝੋ। ਅੱਜ ਇਹ ਕਿਤਨੀ ਵੱਡੀ ਬਖਸ਼ਿਸ਼। ਔਰ ਇਹ 75ਵਾਂ ਗੁਰਪੁਰਬ ਸਾਡੀ ਝੋਲੀ 'ਚ ਕਦੇ ਇਸ ਤਰ੍ਹਾਂ ਸੋਚਿਆ ਸੀ ਕਿ ਸਤਿਗੁਰੂ ਜੀ ਆਪਣੀ ਗੋਦ 'ਚ ਬਿਠਾ ਕੇ ਸਾਨੂੰ ਖੁਸ਼ੀਆਂ ਦੇਣਗੇ? ਪ੍ਰਤੱਖ ਨਜ਼ਾਰੇ ਸਾਹਮਣੇ ਵੇਖ ਰਹੇ ਹਾਂ। ਕਦੇ ਪੁਰਾਣੀ ਗੱਲ ਸੁਣਦੇ ਸਾਂ ਕਿ ਪੁਰਾਣਾ ਬਾਬਾ ਡੇਰਾ ਹੁੰਦਾ ਸੀ ਜੀ, ਅਤੇ ਬਹੁਤ ਬਰਸਾਤ ਆ ਗਈ। ਪੁਰਾਣੇ ਬਾਬੇ ਡੇਰੇ ਦੀ, ਇਸ ਬਾਬੇ ਡੇਰੇ ਦੀ ਗੱਲ ਨਹੀਂ ਹੋ ਰਹੀ, ਪੁਰਾਣੇ ਤੋਂ ਵੀ ਪੁਰਾਣਾ, ਜਿਹੜਾ ਕ੍ਰਿਸ਼ਨੀ ਮਾਮੀ ਦਾ ਘਰ ਸੀ ਉਹ ਵੀ ਨਹੀਂ, ਉਸ ਤੋਂ ਵੀ ਪੁਰਾਣਾ। ਅਤੇ ਹੁਣ ਸੱਚੋ 60 ਤੋਂ ਵੀ ਪਹਿਲੇ ਦੀਆਂ ਗੱਲਾਂ, ਕਿਤਨੀਆਂ ਪੁਰਾਣੀਆਂ ਗੱਲਾਂ ਹੋ ਗਈਆਂ। ਅਤੇ ਇਹ ਬਖਸ਼ਿਸ਼ਾਂ ਅੱਜ ਸਤਿਗੁਰਾਂ ਨੇ ਬਹਾਨਾ ਜੋ ਵੀ ਬਣਾ ਦਿੱਤਾ, ਲੇਕਿਨ ਸੰਗਤ ਦਾ ਇਕੱਠ, ਗੁਰਪੁਰਬ ਕਿਤਨੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ, ਕਿਤਨੀ ਸੰਗਤਾਂ ਮੌਜਾਂ ਮਾਣ ਰਹੀਆਂ ਨੇ, ਅਤੇ ਕਿਤਨਾ ਧਿਆਨ ਲਗਾ ਕੇ, ਕਿਉਂਕਿ ਹਰ ਸਾਲ ਸੇਵਾਦਾਰ ਬੱਚਿਆਂ ਨੇ ਹੁਣ ਵੀ ਸੇਵਾ 'ਚ ਕੋਈ ਕਸਰ ਨਹੀਂ ਛੱਡੀ ਹੋਣੀ ਆਪਣੇ ਆਪਣੇ ਡੇਰਿਆਂ 'ਤੇ, ਲੇਕਿਨ ਸੇਵਾ ਵੀ ਵੰਡੀਆਂ ਗਈਆਂ, ਲੇਕਿਨ ਸੇਵਾ ਖਤਮ ਨਹੀਂ ਹੋਈਆਂ। ਲੇਕਿਨ ਨਾਲ ਹੀ ਕਿਤਨਾ ਸਮਾਂ ਮਿਲ ਗਿਆ ਬਾਣੀ ਸੁਣਨ ਦਾ। ਜਿਹੜੀ ਕਦੇ ਸੇਵਾ ਅੰਦਰ ਸੰਗਤ ਰਹਿੰਦੀ ਸੀ, ਕਦੇ ਧਿਆਨ ਦੇ ਪਾਉਂਦੀ ਸੀ, ਨਹੀਂ ਦੇ ਪਾਉਂਦੀ ਸੀ, ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਕਰਦੇ ਹੋਏ ਅੱਜ ਦਾ ਇਸ ਉਹਨਾਂ ਸੇਵਾਦਾਰਾਂ ਦੀ ਝੋਲੀ 'ਚ ਵੀ ਇਹ ਬਰਕਤਾਂ ਪਈਆਂ ਨਾਮ ਦੀਆਂ। ਉਹਨਾਂ ਨੇ ਵੀ ਨਾਮ ਦੇ ਰਸ ਮਾਰਿਆ, ਸਮੂਹਿਕ ਵਰਨੀਆਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲਿੱਤਾ। ਔਰ ਇਹ ਦੇਖੋ ਪਰਿਵਾਰਾਂ ਦੇ ਪਰਿਵਾਰ, ਇਹ ਦਿਨ ਇੱਕ ਐਸੇ ਹੁੰਦੇ ਸਨ ਕਿ ਦਿੱਲੀ ਅੰਦਰ ਤਾਂ ਖਾਸ ਤੌਰ 'ਤੇ ਪੁੱਛੋ ਤਾਂ ਹਰ ਪਰਿਵਾਰ ਦਾ ਇਹ ਸਰੀਰ ਕਹਿੰਦਾ ਸੀ ਜੀ ਮੇਰੇ ਬੱਚੇ ਦੇ ਪੇਪਰ ਨੇ ਇਹਨਾਂ ਦਿਨਾਂ 'ਚ, ਅਤੇ ਨਿਕਲਣਾ ਬੜਾ ਮੁਸ਼ਕਿਲ ਹੈ। ਕੋਈ ਨਾ ਕੋਈ ਦਿਨ ਟਕਰਾ ਜਾਂਦਾ ਸੀ।
ਅਗਰ ਸ਼ਨੀ ਐਤਵਾਰ ਨਹੀਂ ਆਉਂਦੇ ਸਨ ਤੇ ਇੱਕ ਦਿਨ ਛੋੜ ਕੇ ਇੱਕ ਦਿਨ ਪੇਪਰ ਹੁੰਦੇ ਸਨ, ਇੱਕ ਦਿਨ 2 ਦਿਨ ਟਕਰਾਉਂਦੇ ਸਨ। ਲੇਕਿਨ ਐਤਕੀ ਉਹ ਵੀ ਨਹੀਂ ਰਿਹਾ। ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ, ਐਸੀ ਕਿਰਪਾ ਕੀਤੀ, ਸੰਗਤਾਂ ਨੇ ਐਤਕੀ ਬੱਚਿਆਂ ਸਮੇਤ, ਪਰਿਵਾਰ ਸਮੇਤ, ਮੈਂ ਹੁਣੀ TV 'ਤੇ ਵੇਖ ਰਿਹਾ ਸਾਂ ਕਿ ਧਿਆਨ ਉਹ ਚਲਾ ਗਿਆ ਕਿ ਕਹਿੰਦੇ ਨਾ ਹਾਜ਼ਰੀਆਂ ਜਿਹੜੀਆਂ ਲੱਗਣੀਆਂ ਸ਼ਾਇਦ ਕਿਸੇ ਨੂੰ ਇੱਧਰੋਂ ਧਿਆਨ ਵੀ ਨਹੀਂ ਹੋਏਗਾ ਕਿ ਚਾਈਨਾ 'ਚ ਵੀ ਕੋਈ ਸਾਡੀ ਸੰਗਤ ਰਹਿੰਦੀ ਹੈ। ਅਤੇ ਉਹ ਬੱਚੀ ਦਾ ਆਇਆ, ਉਹ ਇਕੱਲੀ ਬੱਚੀ ਚਾਈਨਾ 'ਚ, ਸ਼ਾਇਦ ਉਹ ਇੱਕ ਖਿੱਚ ਰਿਹਾ ਸੀ, ਸ਼ਾਇਦ ਉਹ ਹੋਣਾ। ਅਤੇ ਉਹ ਚਾਈਨਾ ਵਿੱਚ ਵੀ ਹਾਜ਼ਰੀ ਸਾਡੀ ਲੱਗੀ। ਇੱਕ ਮਤਲਬ ਕਿ ਕੜੀ ਨਾਲ ਕੜੀ ਇੱਕ ਦੇਸ਼ ਹੋਰ ਵੱਧ ਗਿਆ। ਸ਼ੰਘਾਈ ਚਾਈਨਾ ਲਿਖਿਆ ਹੋਇਆ ਸੀ। ਅਤੇ ਕਹਿਣ ਦਾ ਮਤਲਬ ਦੇਖੋ, ਪੂਰਾ ਵਰਲਡ ਅੱਜ ਸਤਿਗੁਰਾਂ ਦੇ ਪੁਰਬ ਆਪਣੇ ਗ੍ਰਹਿ ਵਿਖੇ ਬੈਠ ਕੇ ਮਨਾ ਰਿਹਾ ਹੈ। ਕਦੇ ਮਨ ਵਿੱਚ ਵੀ ਨਹੀਂ ਆਇਆ ਸੀ ਦਾਸ ਇੱਧਰ ਆ ਗਿਆ। ਇਹ ਗੱਲ ਸਮਝਣਾ, ਆਪਦੇ ਸਤਿਗੁਰਾਂ ਦੀ ਗੋਦ ਵਿੱਚ ਬੈਠੇ ਹਾਂ, ਸੰਗਤ ਦੇ ਵਿਚਕਾਰ ਬੈਠੇ ਹਾਂ, ਲੇਕਿਨ TV ਤੋਂ ਜਦੋਂ ਵੇਖਿਆ ਕਿ ਜਿਹੜੇ ਪਿੱਛੇ ਛੋੜ ਕੇ ਆਏ ਸਾਂ ਉਹਨੇ ਵੀ ਪੁਰਬ ਬਣਾ ਰਹੇ ਨੇ। ਬਾਬਾ ਜੀ ਦੇ ਕਮਰੇ 'ਚ ਪਾਠਾਂ ਦੇ ਭੋਗ ਵੀ ਪਏ। ਇਹ ਨਹੀਂ ਕਿ ਸਿਰਫ ਦੁਖਭੰਜਨੀ ਸਾਹਿਬ ਹੋਇਆ ਦਿੱਲੀ, ਮੋਤੀ ਨਗਰ ਵੀ। ਅਤੇ ਇਸ ਗੱਲ ਦੀ ਚਲੋ ਅਸੀਂ ਕਹਿੰਦੇ ਗੁਰੂ ਮਹਾਰਾਜ ਨੇ ਝੋਲੀ 'ਚ ਬਰਕਤਾਂ ਪਾਈਆਂ। ਅਗਰ ਪਿੱਛੋਂ ਜਿੰਨਾ ਛੋੜ ਆਏ ਸਾਂ ਉਹ ਬਰਕਤ ਗ੍ਰਹਿ ਵਿਖੇ ਉਹ ਵੀ ਆ ਗਈ। ਹਮੇਸ਼ਾ ਇੱਧਰੋਂ ਲੈ ਕੇ ਜਾਂਦੇ ਸਾਂ, ਹੁਣ ਵੀ ਲੈ ਕੇ ਜਾਵਾਂਗੇ, ਇਹ ਨਹੀਂ ਹੈ। ਲੇਕਿਨ ਪਿੱਛੋਂ ਵੀ ਜਿਹੜੇ ਛੋੜ ਕੇ ਆਏ ਹਾਂ ਉਹਨਾਂ ਨੂੰ ਵੀ ਐਤਕੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਕੋਈ ਗੁਰਪੁਰਬ ਵਿੱਚ ਕੋਈ ਕਮੀ ਮਹਿਸੂਸ ਕੀਤੀ ਹੈ। ਅਤੇ ਸਭ ਜਗ੍ਹਾ 'ਤੇ ਕਿੱਥੇ 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 2 ਸਰੀਰ ਰਹਿੰਦੇ ਨੇ, ਕਿਸੇ ਸ਼ਹਿਰ 'ਚ 4 ਸਰੀਰ ਰਹਿੰਦੇ ਨੇ। ਮਹਾਰਾਸ਼ਟਰ ਦੀ ਸੰਗਤ ਦਾ ਪਿੱਛੇ ਜ਼ਿਕਰ ਹੋ ਰਿਹਾ ਸੀ। ਇੱਕ ਦਿਨ ਮਿੰਟੂ ਜੀ ਦਾ ਫੋਨ ਆ ਗਿਆ। ਮਿੰਟੂ ਜੀ ਕਹਿਣ ਲੱਗੇ ਕਿ ਸੰਗਮ ਨਹਿਰ ਤੋਂ ਫੋਨ ਆਇਆ ਹੈ ਕਿ ਸਾਡੇ ਪਾਸੇ ਬਹੁਤ ਕਰੋਨਾ ਫੈਲ ਗਿਆ ਹੈ ਅਤੇ ਸਾਨੂੰ ਬਾਬੇ ਡੇਰੇ ਕਿਸ ਤਰ੍ਹਾਂ ਅਸੀਂ ਕਰਾਂਗੇ, ਇਹ ਸਮਝਾ ਦਿਓ। ਅਤੇ ਮੈਂ ਕਿਹਾ ਜੀ ਇੱਕ ਕੰਮ ਕਰੋ, ਉਹਨਾਂ ਨਾਲ ਵਿਚਾਰ ਕਰਨੇ ਆ। ਅਤੇ ਮੇਰੇ ਕੋਲ ਟੈਲੀਫੋਨ ਨਹੀਂ ਸੰਗਮ ਨਹਿਰ ਵਾਲਿਆਂ ਦਾ। ਸੰਗਮ ਨਹਿਰ ਵਾਲਿਆਂ ਦਾ ਮੈਨੂੰ ਟੈਲੀਫੋਨ ਨੰਬਰ ਦੇ ਦਿਓ, ਜੇ ਮੈਂ ਉਹਨਾਂ ਨਾਲ ਗੱਲਬਾਤ ਕਰ ਸਕਾਂ। ਇਹਨਾਂ ਨੇ ਮੈਨੂੰ ਕੁਲਜੀਤ ਰਾਏ ਜੀ ਉੱਥੇ ਜਿਹੜੇ ਹੈ ਨੇ, ਜਾਣਦੇ ਹੋਗੇ ਆਪ ਸਾਰੇ, ਉਹਨਾਂ ਦਾ ਨੰਬਰ ਦਿੱਤਾ। ਉਹਨਾਂ ਨੇ ਦੱਸਿਆ ਜੀ ਇੱਥੇ ਤਾਂ ਸੰਨਾਟਾ ਛਾਇਆ ਹੋਇਆ, ਸ਼ਾਮੀ 5 ਵਜੇ ਤੋਂ ਬਾਅਦ ਤਾਂ ਸੜਕਾਂ 'ਤੇ ਲੋਕ ਵੀ ਨਜ਼ਰ ਨਹੀਂ ਆਉਂਦੇ। ਅਤੇ ਫਿਰ ਬਾਹਰੋਂ ਅਗਰ ਸੰਗਤ ਆਉਂਦੀ ਹੈ, ਕਿਉਂਕਿ ਕੁਛ ਸਰੀਰ ਜਿਨ੍ਹਾਂ ਨੇ ਮਹਾਰਾਸ਼ਟਰ ਦੀ ਯਾਤਰਾ ਕੀਤੀ ਕਿ ਅਹਿਮਦਨਗਰ ਤਕਰੀਬਨ 2 ਘੰਟੇ ਦਾ ਰਸਤਾ, ਸ਼੍ਰੀ ਰਾਮਪੁਰ ਘੰਟੇ ਸਵਾ ਘੰਟੇ ਦਾ ਰਸਤਾ, ਇਸ ਤਰ੍ਹਾਂ ਜਿਹੜੀਆਂ ਵੀ ਜਗ੍ਹਾ ਸਨ, ਕੋਈ ਪੌਣਾ ਘੰਟਾ ਦੂਰ, ਕੋਈ ਘੰਟਾ ਦੂਰ। ਅਤੇ ਹਾਲਾਤ ਇਤਨੇ ਜ਼ਿਆਦਾ ਖਰਾਬ ਸੁਣਨੇ ਜਾ ਰਹੇ ਸਨ। ਇੱਕ ਅੱਧਾ ਆਪਣਾ ਗੁਰਭਾਈ ਚਲਾਣਾ ਵੀ ਕਰ ਗਿਆ ਕਰੋਨਾ ਕਰਕੇ। ਅਤੇ ਬਸ ਗੁਰੂ ਮਹਾਰਾਜ ਨੇ ਇੱਕ ਮਨ ਵਿੱਚ ਪ੍ਰੇਰਣਾ ਦਿੱਤੀ। ਇਹ ਕਹਿੰਦੇ ਕੋਈ ਉਮੀਦ ਨਹੀਂ ਸੀ, ਜਿਸ ਤਰ੍ਹਾਂ ਕੋਈ ਹੁੰਦੀ ਹੈ ਅਤੇ ਫੋਨ ਮਿਲਾ ਦਿੱਤਾ ਅਤੇ ਕਹਿੰਦੇ ਕਿਸ ਤਰ੍ਹਾਂ ਮਿਲਾਈਏ। ਮੈਂ ਕਿਹਾ ਉਹਨਾਂ ਨੂੰ ਕਹੋ ਆਉਣ ਦੀ ਲੋੜ ਨਹੀਂ, ਸਾਰੇ ਆਪਣੇ ਗ੍ਰਹਿ ਵਿਖੇ, ਆਪਣੇ ਆਪਣੇ ਗ੍ਰਹਿ ਵਿਖੇ TV ਲੱਗੇ ਨੇ। ਪਹਿਲੇ ਇਹੀ ਸੰਦੇਸ਼ਾ ਦਿੱਤਾ, TV 'ਤੇ ਦੇਖੋ ਅਤੇ ਆਪਣਾ ਰੱਖੋ। ਫਿਰ 1 ਦਿਨ 2 ਦਿਨ ਬੀਤ ਗਏ ਅਤੇ ਮਨ 'ਚ ਫਿਰ ਵਿਚਾਰ ਆ ਗਿਆ ਕਿ ਬਈ ਕੁਛ ਗੁਰਪੁਰਬ ਮਨਾਈਏ ਅਤੇ ਘਰ ਵਿੱਚ ਉਹ ਡਿਸਿਪਲਿਨ ਰਹੇਗਾ ਜਾਂ ਨਹੀਂ ਰਹੇਗਾ। ਗੁਰਪੁਰਬ ਜਿਹੜਾ ਮਨਾ ਰਹੇ ਹਾਂ, ਘਰ ਵਿੱਚ ਤਾਂ ਆਦਮੀ ਜਦੋਂ ਦੇਖੋ ਸਾਰੀਆਂ ਚੀਜ਼ਾਂ ਆਪਣੇ ਨਾਲ ਬੀਤੀਆਂ ਹੁੰਦੀਆਂ ਨੇ, ਆਦਮੀ ਤਾਂ ਹੀ ਕਰਦਾ। ਕਦੇ ਅਸੀਂ ਕੈਸੇਟ ਵੀ ਲਾਉਂਦੇ ਹਾਂ, ਕਦੇ ਕੁਛ ਹੋਰ ਵੀ ਚੱਲ ਰਿਹਾ ਹੁੰਦਾ, 2 ਆਦਮੀ ਨਾਲ ਗੱਲਾਂ ਵੀ ਕਰ ਰਹੇ ਹੁੰਦੇ ਹਾਂ, ਕੈਸੇਟ ਲਾਈ ਦੀ ਹੈ। ਕਦੇ ਚਾਹ ਦਾ ਕੱਪ ਹੱਥ 'ਚ ਹੁੰਦਾ। ਮੈਂ ਆਪਣੀ ਬੀਤੀ ਗੱਲ ਕਰ ਰਿਹਾ, ਕਿਸੇ ਦੀ ਨਹੀਂ ਗੱਲ ਕਰ ਰਿਹਾ। ਮੇਰੇ ਕੋਲੋਂ ਅੱਛੀ ਸੋਚ ਵਾਲੇ ਵੀ ਸੰਗਤ 'ਚ ਹੋਣਗੇ, ਮੈਂ ਨਹੀਂ ਕਹਿੰਦਾ। ਮੈਂ ਜੋ ਆਪਣੇ 'ਤੇ ਰੱਖ ਕੇ ਗੱਲ ਜੋ ਮੈਨੂੰ ਸਮਝ ਆਈ, ਅਤੇ ਮੈਂ ਕਿਹਾ ਸਤਿਗੁਰਾਂ ਦਾ ਦਿਨ ਅਸੀਂ ਅਗਰ ਡੇਰੇ 'ਤੇ ਬਹਿ ਕੇ ਮਨਾਉਂਦੇ ਅਤੇ ਕਿਤਨੇ ਅਸੀਂ ਅੰਦਰ ਹੱਥ ਧੋ ਕੇ ਹਰ ਚੀਜ਼। ਅਤੇ ਇਹ ਮਨ ਬਣਿਆ, ਉਸ ਤੋਂ ਨਿਕਲੀ ਗੱਲ
ਕਿਉਂ ਨਾ ਤੁਸੀਂ ਇੱਕ ਕੰਮ ਕਰੋ, ਉੱਥੇ ਕੁਲਜੀਤ ਰਾਏ ਨੂੰ ਕਿਹਾ ਕਿ ਕਿਸੇ ਨੂੰ ਇਹ ਗੱਲ ਕਹੋ, ਮਨ 'ਚ ਕਿਸੇ ਗੱਲ ਦਾ ਭਰਮ ਲਿਆਉਣ ਦੀ ਲੋੜ ਕੋਈ ਨਹੀਂ। ਆਪਣੇ ਆਪਣੇ ਡੇਰਿਆਂ 'ਤੇ ਅਗਰ ਨਹੀਂ ਜਾ ਸਕਦੇ ਤੁਸੀਂ, ਤੇ ਆਪਣੇ ਆਪਣੇ ਗ੍ਰਹਿ ਵਿਖੇ ਇੱਕ ਕਮਰਾ ਇਸ ਤਰ੍ਹਾਂ ਅਰੇਂਜ ਕਰ ਲਓ ਕਿ ਜਿਹਦੇ ਵਿੱਚ ਅਗਰ ਜਗ੍ਹਾ ਬਣੀ ਹੋਈ ਹੈ ਤਾਂ ਉੱਥੇ ਹੀ ਤੁਸੀਂ ਕਰੋ। ਨਹੀਂ ਹੁੰਦਾ ਤਾਂ 3 ਦਿਨਾਂ ਵਾਸਤੇ ਇੱਕ ਜਗ੍ਹਾ, ਇੱਕ ਕਮਰਾ ਧੋ ਕੇ ਸਾਫ ਸੁਥਰਾ ਕਰਕੇ ਸਤਿਗੁਰਾਂ ਦੇ ਸਰੂਪ ਉੱਥੇ ਲਗਾ ਕੇ, ਅਤੇ TV ਵੀ ਉਸ ਕਮਰੇ 'ਚ ਲਾ ਦਿੱਤਾ ਜਾਵੇ, ਅਤੇ ਖਾਣੇ ਪੀਣੇ ਦਾ ਸਮਾਨ ਸਭ ਕੁਝ ਬਾਹਰ ਰੱਖਿਆ ਜਾਏ। ਨਾ ਖਾਣਾ ਪੀਣਾ ਅੰਦਰ ਜਾਏ, ਨਾ ਚੱਪਲਾਂ ਅੰਦਰ ਜਾਣ, ਨਾ ਕੋਈ ਅੰਦਰ ਫਾਲਤੂ ਗੱਲ ਹੋਵੇ। ਸਾਰੀ ਮਰਿਆਦਾ ਜੋ ਡੇਰੇ ਦੀ ਹੈ ਉਸ ਤਰੀਕੇ ਨਾਲ ਉੱਥੇ ਚੱਲੇ। ਅਤੇ ਉਹ ਜਿਹੜਾ TV 'ਤੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਇਹ ਨਾ ਸਮਝੋ TV 'ਤੇ ਚੱਲ ਰਿਹਾ, ਇਹ ਸਮਝੋ ਕਿ ਜਿਸ ਤਰ੍ਹਾਂ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨਾਂ ਪ੍ਰੋਗਰਾਮਾਂ 'ਚ ਆਪ ਜੀ ਨੇ ਸ਼ਾਮਲ ਹੋਣਾ ਹੈ। ਅਗਰ ਸਮੂਹਿਕ ਵਰਨੀਆਂ ਚੱਲ ਰਹੀਆਂ ਤਾਂ ਉਹਨਾਂ 'ਚ ਹਿੱਸਾ ਲੈਣਾ, ਜਾਂ ਹੋਰ ਜੋ ਪ੍ਰੋਗਰਾਮ ਕੀਰਤਨ ਸੁਣ ਰਹੇ ਨੇ, ਅਤੇ ਵੱਧ ਤੋਂ ਵੱਧ ਕੇ ਅਸੀਂ ਹਾਜ਼ਰੀਆਂ ਲਵਾਈਏ। ਅਤੇ ਇਹ ਗੱਲ ਸਾਰਿਆਂ ਜਗ੍ਹਾ 'ਤੇ ਪਹੁੰਚਾ ਦਿੱਤੀ ਗਈ। ਲੇਕਿਨ ਹੁਣ ਇਹ ਗੱਲ ਕਿਤਨੀ ਅਮਲ ਹੋਏਗੀ, ਵਿਚਾਰ ਇਸ 'ਤੇ ਆਇਆ। ਅਤੇ ਫਿਰ ਇਹ ਗੱਲ ਇੱਕ ਉੱਥੇ ਤੱਕ ਨਹੀਂ ਪਹੁੰਚਾਈ, ਜਿਹੜੇ ਹੋਰ ਸ਼ਹਿਰਾਂ ਵਿੱਚ ਸਨ ਉੱਥੇ ਵੀ ਇਹ ਗੱਲ ਪਹੁੰਚਾ ਦਿੱਤੀ ਗਈ ਕਿ ਜਿਹੜਾ ਆਪਣੇ ਘਰਾਂ ਅੰਦਰ ਹੈਗਾ, ਹੁਣ ਦਿੱਲੀ ਅੰਦਰ ਵੀ ਕਾਫੀ ਲੰਬਾ ਰਸਤਾ ਹੈਗਾ, ਕਿ ਜਿਹੜਾ ਜਿੱਥੇ ਰਹਿ ਰਿਹਾ, ਅਗਰ ਕਿਸੇ ਕਾਰਨ ਉਹ ਨਹੀਂ ਪਹੁੰਚ ਸਕਦਾ ਤੇ ਆਪਣੇ ਗ੍ਰਹਿ ਵਿਖੇ ਇਹੀ ਯਤਨ ਕਰੇ। ਤੇ ਫਿਰ ਪਤਾ ਚੱਲਿਆ ਜੀ ਹੁਣ 2 ਦਿਨਾਂ ਦੇ ਅੰਦਰ ਜੋ ਆਪ ਜੀ ਨੇ ਇੱਥੇ ਵੇਖਿਆ, ਅਤੇ ਨਾਲ ਉਹਨਾਂ ਨੂੰ ਇਹ ਵੀ ਗੱਲ ਪ੍ਰੇਰਣਾ ਦਿੱਤੀ ਕਿ ਆਪ ਜੀ ਸਾਰੇ ਆਪਣੀਆਂ ਹਾਜ਼ਰੀਆਂ, ਆਪਣੇ ਉੱਧਰੋਂ ਫੋਟੋਆਂ ਖਿੱਚੋ, ਵੀਡੀਓ ਬਣਾਓ, ਤਾਂ ਕਿ ਤੁਹਾਨੂੰ ਇਹ ਮਹਿਸੂਸ ਨਾ ਹੋਏ ਜਦੋਂ ਉੱਥੇ ਤੁਹਾਡਾ ਦਿਖਾਇਆ ਜਾਏ, ਸ਼ਹਿਰ ਦਾ ਨਾਂ ਦਿਖਾਇਆ ਜਾਏ, ਡੇਰੇ ਸਾਹਿਬ ਦਾ ਨਾਂ ਦਿਖਾਇਆ ਜਾਏ, ਜਾਂ ਕਿ ਤੁਹਾਡੇ ਘਰ ਦਾ ਇੰਡੀਵਿਜੂਅਲ ਦਿਖਾਇਆ ਜਾਏ, ਤਾਂ ਤੁਹਾਨੂੰ ਵੀ ਪਤਾ ਚੱਲੇ ਕਿ ਸਾਡੀ ਹਾਜ਼ਰੀ ਲੱਗ ਰਹੀ ਹੈ। ਇਹ ਮਹਿਸੂਸ ਨਾ ਹੋਵੇ ਕਿ ਆਦਮੀ ਇਸ ਇੰਤਜ਼ਾਰ ਹੀ 'ਤੇ ਰਹੇਗਾ ਨਾ ਕਿ ਮੇਰੀ ਹਾਜ਼ਰੀ ਲੱਗੇ। ਅਤੇ ਹੁਣ ਮੈਂ ਵੇਖਿਆ 2 ਦਿਨ ਤੋਂ ਨਹੀਂ ਸੀ, ਲੇਕਿਨ ਇਹ ਹੁਣ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਚਾਈਨਾ ਵਾਲਿਆਂ ਦੀ ਹੁਣ ਹੀ ਨਿਗਾਹ ਗਈ। ਮੇਰੇ ਖਿਆਲ ਪਤਾ ਨਹੀਂ ਇਸ ਤੋਂ ਪਹਿਲੇ ਚੱਲੀ ਜਾਂ ਨਹੀਂ ਚੱਲੀ, ਬੱਚਾ ਇਸ਼ਾਰਾ ਕਰ ਰਿਹਾ ਨਹੀਂ ਚੱਲੀ, ਹੁਣੀ ਚੱਲੀ। ਲੇਕਿਨ ਕਹਿੰਦੇ ਨਾ ਉਹ ਸੰਤ ਮਾਤਾ ਜੀ ਦੇ ਵਚਨ ਸਨ ਕਿ ਗੱਡੀ ਚੜ੍ਹਦੀ ਤਾਂ ਚੜ੍ਹ ਜਾਓ, ਦੌੜਦੀ ਹੀ ਅਖੀਰਲਾ ਡੱਬਾ ਹੱਥ ਆ ਜਾਏ। ਗੁਰਪੁਰਬ ਵਿੱਚ ਹਾਜ਼ਰੀ ਉਹਨਾਂ ਦੀ ਵੀ ਲੱਗ ਗਈ, ਭਾਵੇਂ 1-2 ਸਰੀਰ ਸਨ। ਅਤੇ ਇਸੇ ਪ੍ਰਕਾਰ ਅਮਰੀਕਾ, ਕਨੇਡਾ, ਆਸਟ੍ਰੇਲੀਆ, ਥਾਈਲੈਂਡ, ਬਹੁਤ ਜਗ੍ਹਾ ਤੋਂ, ਕੁਛ ਹੋਰ ਐਸੇ ਸ਼ਹਿਰ ਹੋਣਗੇ ਜਿਨ੍ਹਾਂ ਦੇ ਨਾਂ ਨਹੀਂ ਵੀ ਲਿੱਤੇ ਹੋਣੇ, ਸੰਗਤਾਂ ਦੇ ਪੂਰੇ ਇੰਡੀਆ ਵਿੱਚੋਂ ਇਹ ਸਾਰਿਆਂ ਦੇ ਦਰਸ਼ਨ ਜਗ੍ਹਾ ਜਗ੍ਹਾ 'ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ। ਅਤੇ ਇੱਕ ਅਜੀਬ ਹੀ ਨਜ਼ਾਰਾ, ਜਿਹਨੂੰ ਕਹਿੰਦੇ ਆ ਨਾ ਅਸੀਂ ਕੋਈ ਚੀਜ਼ ਇਤਿਹਾਸ ਵਿੱਚ ਲਿਖੀ ਜਾਂਦੀ ਹੈ। ਅੱਜ ਦਾ ਦਿਨ ਹੈ ਜਿਹੜਾ 75ਵਾਂ ਸਾਲ ਹੈ ਨਾ, ਇਹ ਇਤਿਹਾਸਿਕ ਬਣ ਗਿਆ ਜੇ। ਇਸ ਗੱਲ ਨੂੰ ਪਹਿਲੇ ਅਸੀਂ ਸੋਚਦੇ ਸਾਂ ਕਿ ਕਦੇ ਇਹ ਜਿਹੜਾ ਰੌਲਾ ਪੈ ਗਿਆ ਹੈ, ਅਤੇ ਇਸ ਤਰ੍ਹਾਂ ਇੱਕ ਸੂਨਾਪਨ ਮਹਿਸੂਸ ਕੁਝ ਦਿਨਾਂ ਪਹਿਲੇ ਹੋ ਰਿਹਾ ਸੀ। ਮਨ ਵਿੱਚ ਇੱਕ ਫਿਕਰ ਵੀ ਸੀ, ਕੋਈ ਦਾਸ ਦੀ ਤਬੀਅਤ ਵੀ ਆਪਣੀ ਢਿੱਲੀ ਸੀ। ਬੜੀ ਸੱਚੀ ਗੱਲ ਕਰਾਂ, आपने सब ने वेख लेता है, थोड़ी जी दूरी बनी हुई है, संगत अरदास करेगी तो ये दूरी भी ख़त्म हो जाएगी, क्योंकि बहुत अरदासां कीतियां ने संगत ने। दास नूं मैं तो कहना जीवन दान भी संगत करके मिलिया है, दास नूं नवा जीवन भी, क्योंकि मैं जो अपने आप नाल गल करना वा कि गुरु महाराज ने, मैं तो जा चुकिया सां, अज सच्चाई सच्ची जगह ते बह के सच्ची गल कर रहा। लेकिन ये जीवन दान, संगतां दियां अरदासां, ये जिहड़ी बाणी पढ़ी गई रात दिन चले, ये आप जी दे जिहड़े दर्शन हो रहे हैं, ये आप जी दी अरदासां करके हो रहे हैं।
ਇਹ ਜੀਵਨ ਆਪ ਜੀ ਦਾ ਦਿੱਤਾ ਹੋਇਆ ਹੈ। ਦਾਸ ਜਿਹੜਾ ਆਪ ਵਿਚਕਾਰ ਬੈਠਾ ਮੌਜੂਦ ਹੈ, ਇਹ ਆਪ ਜੀ ਕਰਕੇ ਹੈ। ਬਸ ਆਪ ਅਰਦਾਸ ਕਰੋ ਤੇ ਦਾਸ ਤੰਦਰੁਸਤ ਹੋਵੇ ਅਤੇ ਵੱਧ ਚੜ੍ਹ ਕੇ ਆਪ ਜੀ ਦੀ ਸੇਵਾ ਕਰੇ, ਕਿਉਂਕਿ ਜੀਵਨ ਹੀ ਹੁਣ ਆਪ ਜੀ ਦਾ ਹੈ। ਐਸੀ ਗੁਰੂ ਮਹਾਰਾਜ ਕੋਲੋਂ ਇਹੀ ਮੰਗੀ ਸੀ ਕਿ ਸੱਚੇ ਪਾਤਸ਼ਾਹ ਜਿਤਨਾ ਜੀਵਨ ਦਿੱਤਾ ਹੀ ਆਖਰੀ ਸਵਾਸਾਂ ਤੱਕ ਸੇਵਾ ਲਈ। ਅਤੇ ਹੁਣ ਜਿਹੜੇ ਦੇਣ ਹੀ ਹੁਣ ਸੰਗਤ ਦੀ ਹੋ ਗਈ ਅਤੇ ਆਪਣਾ ਕੋਈ ਨਾ ਰਿਹਾ। ਗੁਰੂ ਮਹਾਰਾਜ ਕਿਰਪਾ ਕਰੇ। ਅਤੇ ਇਹ ਜਿਹੜਾ ਮਨ 'ਚ ਆਇਆ ਵਿਚਾਰ ਕਿ ਇਹ ਕਿਸ ਤਰ੍ਹਾਂ ਹੋਏਗਾ, ਸਲਾਹ ਮਸ਼ਵਰਾ ਜਿਸ ਤਰ੍ਹਾਂ ਹੁੰਦੀਆਂ ਸਨ। ਬਤਰਾ ਜੀ ਨਾਲ 2 ਦਿਨ ਪਹਿਲੇ 15 ਤਰੀਕ ਦੀ ਜਦੋਂ ਮੀਟਿੰਗ ਕਰਨੀ ਸੀ ਤਾਂ ਕੋਈ ਵਿਚਾਰ ਨਹੀਂ ਸੀ। ਬੈਠੇ ਰਹੇ ਸ਼ਾਮੀ 6 ਵਜੇ ਤੱਕ, ਵਿਚਾਰ ਹੁੰਦੇ ਰਹੇ ਕੀ ਕਰੀਏ। ਇਹ ਬੱਚੇ ਰਿਕਾਰਡਿੰਗ ਵਾਲੇ ਨੇ, ਇਹਨਾਂ ਨੂੰ ਮੇਰੇ ਖਿਆਲ ਸ਼ਾਇਦ ਜਵਾਬ ਵੀ 6-7 ਵਜੇ ਤੱਕ ਪਹੁੰਚਿਆ ਸੀ। ਇਹ ਵਿਚਾਰੇ ਤਿਆਰੀ ਕਰਕੇ 8 ਵਜੇ ਆਏ। ਰਿਕਾਰਡਿੰਗ ਕਰਦਿਆਂ ਇਹਨਾਂ ਦੇ 8 ਵੱਜ ਗਏ ਸਨ, 8:30। ਅਤੇ ਇਹਨਾਂ 9-9:30 ਵਜੇ ਤੱਕ ਤੁਹਾਨੂੰ ਰਿਕਾਰਡ ਕਰਕੇ ਸਭ ਕੁਝ ਫਾਰਵਰਡ ਕੀਤਾ ਹੈ। ਬੱਚੇ ਸਾਹਮਣੇ ਬੈਠੇ ਨੇ ਦੋਨੋਂ ਉਸ ਟਾਈਮ। ਅਤੇ ਜੋ ਗੁਰੂ ਮਹਾਰਾਜ ਨੇ ਕਲਵਾਇਆ ਅਤੇ ਮੀਟਿੰਗ ਸੀ, ਅਤੇ ਇੱਕ 15 ਅਗਸਤ ਦਾ ਮਨ 'ਚ ਵਲਵਲਾ ਸੀ ਕਿ 15 ਅਗਸਤ ਅਸੀਂ ਇੱਕ ਕਮਰ ਕੱਸਾ ਕੱਸਦੇ ਸਾਂ ਕਿ ਹੁਣ ਅੱਧ ਪਾਰ ਕਰ ਗਏ ਹਾਂ ਅਤੇ ਸੇਵਾਦਾਰ ਅਸੀਂ ਸਾਰੇ ਤਕੜੇ ਹੋ ਜਾਈਏ। ਆਪਣੇ ਆਪ ਵਿੱਚ ਜੋਸ਼ ਜਿਹੜਾ ਭਰਦੇ ਸਾਂ, ਉਹ ਥੋੜ੍ਹਾ ਇੱਕ ਯਤਨ ਕੀਤਾ, ਲੇਕਿਨ ਉਹ ਗੁਰੂ ਮਹਾਰਾਜ ਨੇ ਥੋੜ੍ਹਾ, ਦਾਸ ਦਾ ਫਿਜ਼ੀਓਥੈਰੇਪਿਸਟ ਵੀ ਆਉਂਦਾ ਅਤੇ ਉਹ ਕਹਿੰਦਾ ਰੋਜ਼ ਕੁਝ ਚਲੋ ਕਦਮ, ਅਤੇ ਉਹਨੇ ਚਲਾਉਣਾ ਸ਼ੁਰੂ ਕੀਤਾ। ਅਤੇ ਮੇਰਾ ਚਿੱਤ ਕਰੇ ਕਿ ਮੈਂ ਬਾਬਾ ਡੇਰਾ ਇਤਨੀ ਦੂਰ ਹੋ ਗਿਆ ਮੇਰੇ ਕੋਲੋਂ ਕਿ ਮੈਂ ਬਾਬੇ ਡੇਰੇ ਵੀ ਹਾਜ਼ਰੀ ਨਹੀਂ ਲਵਾ ਸਕਦਾ। ਆਪਣੀ ਬੀਤੀ ਗੱਲ ਕਰ ਰਿਹਾ। ਅਤੇ ਇਹਨਾਂ ਦਿਨਾਂ 'ਚ ਗੁਰਪੁਰਬ ਦੇ ਦਿਨ ਹੁੰਦੇ ਸਨ ਅਤੇ ਹਰ ਸ਼ਨੀਵਾਰ ਹਾਜ਼ਰੀ ਮੇਰੀ ਦਰਬਾਰ 'ਤੇ ਲੱਗਦੀ ਸੀ। ਅਤੇ ਉਹ ਵੀ ਰਹਿ ਗਈ ਅਤੇ 5 ਮਹੀਨੇ ਬੀਤ ਗਏ। ਜਿਹੜੇ ਮਹੀਨੇ 'ਚ 2 ਦਿਨ ਹਾਜ਼ਰੀ, ਮਹੀਨੇ 'ਚ 2 ਵਾਰ ਯਤਨ ਕਰੀਦਾ ਸੀ, 3 ਵੀ ਲੱਗ ਜਾਂਦੇ ਸਨ, ਉਹ ਵੀ ਰਹਿ ਗਏ। ਉਹ ਘਾਟਾ ਮਹਿਸੂਸ ਹੋ ਰਿਹਾ ਸੀ। ਅਤੇ ਘਰ ਮੈਂ ਕਿਹਾ ਮੈਨੂੰ ਤੁਸੀਂ ਲੈ ਜਾਓ, ਮੇਰੀ ਹਾਲਤ ਦੀ ਤੁਸੀਂ ਚਿੰਤਾ ਨਾ ਕਰੋ, ਮੈਂ ਜਾਵਾਂਗਾ ਅਤੇ ਠੀਕ ਹੋ ਜਾਵਾਂਗਾ। ਲੇਕਿਨ ਪਰਿਵਾਰ ਇੱਕ ਪਾਸੇ ਸੀ, ਉਹਨਾਂ ਦੀ ਜਿੱਦ ਅੱਗੇ ਨਹੀਂ ਚੱਲੀ ਮੇਰੀ। ਫਿਜ਼ੀਓਥੈਰੇਪਿਸਟ ਨੇ ਕਿਹਾ ਜੀ ਹੁਣ ਤੁਸੀਂ ਚੱਲਣਾ ਹੈ ਕੁਝ। ਉਸ ਤੋਂ ਬਾਅਦ ਮੈਨੂੰ ਕਹਿਣ ਲੱਗਾ ਤੁਸੀਂ ਰੋਜ਼ 2 ਚੱਕਰ ਵਿਹੜੇ ਦੇ ਲਾਓ। ਮੈਂ ਕਿਹਾ ਠੀਕ ਹੈ ਜੀ, 2 ਚੱਕਰ ਲਾਉਂਦੇ ਹਾਂ ਵਿਹੜੇ ਦੇ। ਅਗਲੇ 2 ਦਿਨ 2 ਲਾਏ ਹੋਣੇ ਅਤੇ ਮੇਰੇ ਮੋਢੇ ਦੁਖ ਰਹੇ ਸਨ। ਮੈਂ ਕਿਹਾ ਸੱਚੇ ਪਾਤਸ਼ਾਹ ਆਪ ਜੀ ਦੇ ਦਰਬਾਰ 'ਤੇ ਜਾਣਾ ਹੈ, ਆਪ ਜੀ ਬਲ ਬਖਸ਼ੋ ਤਾਂ ਹੀ ਕੰਮ ਬਣਨਾ ਹੈ, ਐਵੇਂ ਤਾਂ ਨਹੀਂ ਬਣ ਸਕਦਾ। ਅਤੇ ਮੇਰਾ ਤਾਂ ਨਿਸ਼ਾਨਾ ਜਿਹੜਾ ਇਹਨੇ ਕਿਹਾ ਚੱਲਣਾ, ਅਤੇ ਮੇਰਾ ਤਾਂ ਟਾਰਗੇਟ ਇਹੀ ਹੈ ਕਿ ਮੈਂ ਗੁਰਪੁਰਬ ਮਨਾਉਣ ਜਾਣਾ ਹੈ। ਉਹ 2 ਦਿਨ 2 ਚੱਕਰ ਜ਼ਰੂਰ ਲੱਗੇ। ਤੀਸਰੇ ਦਿਨ ਸਿੱਧਾ 4 ਲੱਗੇ। ਚੌਥੇ ਦਿਨ 5 'ਤੇ ਪਹੁੰਚ ਗਿਆ। 6ਵੇਂ ਦਿਨ 6 'ਤੇ ਪਹੁੰਚ ਗਿਆ। ਅਤੇ ਇੰਝ ਕਰਦਿਆਂ ਕਰਦਿਆਂ 7 ਚੱਕਰ ਤੱਕ ਸ਼ੁਰੂ ਹੋ ਗਏ। ਅਤੇ ਕਿਤਨੇ ਦਿਨ ਬਾਬਾ ਜੀ ਦੇ ਕਮਰੇ 'ਚ ਵੀ ਨਹੀਂ ਪਹੁੰਚਿਆ ਦਾਸ। ਅਤੇ ਫਿਰ ਇਹ ਪਤਾ ਚੱਲਿਆ ਕਿ ਫਿਰ ਮੈਂ ਕਿਹਾ ਇੱਕ ਯਤਨ ਕਰੋ। ਜਿਹੜਾ ਫਿਜ਼ੀਓਥੈਰੇਪੀ ਸੀ ਉਹ ਵੀ ਬੰਦਾ ਭਲਾ ਸੀ, ਉਹ ਵੀ ਰੱਬ ਨੂੰ ਮੰਨਣ ਵਾਲਾ ਸੀ। ਮੈਂ ਕਿਹਾ ਬਈ ਮੇਰਾ ਇਹ ਬਾਬਾ ਜੀ ਦਾ ਕਮਰਾ ਹੈ, ਤੂੰ ਮੈਨੂੰ 1 ਚੱਕਰ ਅੰਦਰ ਲੈ ਜਾਇਆ ਕਰ। ਉਹ ਕਹਿਣ ਲੱਗਾ ਇਸ ਤੋਂ ਚੰਗੀ ਗੱਲ ਕਿਹੜੀ ਹੈ। ਕਹਿੰਦਾ ਮੇਰਾ ਵੀ ਕੁਝ ਭਲਾ ਹੋ ਜਾਏਗਾ, ਮੈਂ ਅੰਦਰ ਜਾਵਾਂਗਾ ਅਤੇ ਮੇਰਾ ਵੀ ਭਲਾ ਹੋ ਜਾਏਗਾ। ਅਤੇ ਉਹਨੇ ਵੀ ਬੜਾ ਚਾਅ ਦਿਖਾਇਆ ਮੇਰੇ ਨਾਲ। ਕਹਿੰਦਾ ਬਾਬਾ ਜੀ ਦੇ ਕਮਰੇ 'ਚ ਤੁਸੀਂ ਜਾਓ। ਅਤੇ ਥੋੜ੍ਹਾ ਉੱਥੇ 5-7 2-4 ਮਿੰਟ ਜੋ ਵੀ ਖੜਾ, ਜਿਤਨੀ ਹਿੰਮਤ ਹੁੰਦੀ ਸੀ ਖੜੇ ਹੋਈਦੇ ਸਨ। ਲੇਕਿਨ ਸਤਿਗੁਰਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਅਤੇ ਥੋੜ੍ਹਾ ਜਿਹਾ ਮਨ 'ਚ ਚਾਹ ਵੀ ਆ ਗਿਆ ਕਿ ਇੱਕ ਟਾਰਗੇਟ ਸਾਨੂੰ ਮਨ 'ਚ ਕੁਝ ਨਾ ਕੁਝ ਰੱਖਣਾ ਪੈਂਦਾ ਹੈ। ਚੀਜ਼ਾਂ ਤਾਂ ਹੀ ਅਚੀਵ ਹੁੰਦੀਆਂ ਨੇ। ਸ਼ਾਇਦ ਗੁਰਪੁਰਬ ਨਾ ਹੁੰਦਾ ਅਤੇ ਉਹ 2 ਕਹਿ ਰਿਹਾ ਸੀ ਅਤੇ ਅੱਜ 2 ਜਾਂ 3 ਹੀ ਲੱਗ ਰਹੇ ਹੁੰਦੇ। ਲੇਕਿਨ ਮੈਂ ਕਿਹਾ ਨਹੀਂ, ਸੱਚੇ ਪਾਤਸ਼ਾਹ ਆਪ ਜੀ ਦਾ ਪੁਰਬ ਆ ਰਿਹਾ ਹੈ, ਆਪ ਜੀ ਬਲ ਬਖਸ਼ੋ। ਉਹਨਾਂ ਨੇ ਫਿਰ ਕਿਹੜੀ ਤਾਕਤ ਬਖਸ਼ੀ, ਉਹ ਆਪ ਜਾਣੇ ਮਾਲਕ। ਅਤੇ ਉਹ ਕਹਿੰਦਾ ਮੈਨੂੰ ਬੜੀ ਤਸੱਲੀ ਆਉਂਦੀ ਹੈ ਕਿ ਮੈਨੂੰ ਤਾਂ ਇਤਨੀ ਜਲਦੀ ਤੁਸੀਂ
मैं क्या बई तन नहीं पता, मेरा तो निशाना ही हो रहा है, मेरा टारगेट कुछ हो रहा है, तेरे चलने वाला टारगेट नहीं कि तू मैनू ऐसते ऐसते टुराएगा। मैं तो अपने गुरु महाराज का मेरे स्थान हैगा हापड़, मैं उत्थे जाना है। तो मैं तो इस करके सिर्फ मैं टारगेट रखा है, तो बल मैनू सच्चे पातशाह ही भेजते रहे। तो उन्हों की किरपा नाल अज मैं गुरपुरब विच मैं भी हिस्सा लै रहा। शायद जिस तरह हिसाब किताब चल रहा सी, परिवार जो सोच रहा सी, मैं अज सामने कह रहा हाँ, ये गुरपुरब विच मेरी हाज़री ना होंदी, ये बस यही कहते सन चलो तुहानू मत्था टिका लियावांगे। मैं कहा नहीं, हुण तुहाडी जिद अगे मैं अगर रुकिया तो हुण मैं गुरपुरब ते ही जावांगा, तो जिस दिन गया तो मैं वापस नहीं आना, मैं हुण पूरा गुरपुरब ही मना के आवांगा। ये सब संगत की अरदास, गुरु महाराज ने चरनां 'च बेनती जोदड़ी की, उन्होंने बल बख्शिया, तो आप संगतां दी दर्शन हो गए। तो एक एनर्जी इधरों मैं लैके जा रहा हाँ, मैनू पता है ये जिहड़ा मैनू सतगुरां ने बल बख्शिया है, ये जिहड़ा मैं एनर्जी लैके जा रहा हाँ, तो जाके मैं होर तेज दौड़ांगा। गुरु किरपा करे, ये बख्शिश, ये गुरपुरब जिथे संगतां अपने अपने घर मना रही ने, ये अज संगतां नूं मैं कहांगा सारे वधाई दे पात्र हो, सारे वधाई दे पात्र हो जिस जिस स्थान ते। क्योंकि वधाई शब्द मैं यूज़ कर रहा, इस गल नूं ना समझना, क्योंकि कहते जन्म मरण दोहूं में नाही, जन पर उपकारी आए। वो तो इन्हां चीज़ां ये जिहड़ा जमना तो मरना है ना, ये सधारण आदमी वास्ते है। कोई चला जाता है, उहदे पिछे कोई दुख है, कोई सुख है। आनंद साहब सानू गुरु महाराज ने दिता, दुख होवे तां भी आनंद है, सुख होवे तां भी आनंद है। ये किस करके, ये भाणा जिहड़ा असीं कहने आ, ये सतगुरु ने जोत कीता, कोई इस गल का दुख नहीं होया। बिल्कुल सच्ची जगह ते बैठा, झूठ नहीं बोलांगा। उसदी एक वजह है कि जदों मेरा ऑपरेशन हो रहा सी, तो मालक मेरा मेरे नाल खलोते सन, सतगुरु भगवान दास साहब जी भी तो सतगुरु सेवा राम जी भी उस टाइम उत्थे मौजूद सन। तो सच्चे पातशाह की हजूरी जिहड़ा काम होया वो गलत कदे नहीं हो सकता, पहली गल तो मैं जानना। तो फिर जो बाणी च लिखिया है, अगर उन्होंने मन्ने तो फिर ये उसके भाणे च होया है। तो स्टेज तो असी जो बोलने मैं तो बड़ी सच्ची गल करना, स्टेज तो जो बोलने अगर असी इस चीज़ नूं नहीं मनते तो तुहाडे लोगों नूं कहने ये करो, तो यदा मतलब मैं झूठ बोलना, स्टेज तो बह के तुहाडे लोगों नाल धोखा करना। बड़ी सच्ची गल कर रहा। और अगर इस गल नूं मैं मन्ना तां ही तुहानूं समझा सकना, नहीं तो मैं इधरों कहना कि कहते अपने तो वारी आई पिछे हट गए। ये जिस दिन होया उस दिन तो इतना रत्ती भर भी नहीं आया, परिवार नूं थोड़ी मायूसी सी। मैं क्या किस गल करके, मैं क्या सामने तुहाडे बैठा वां, इस गल की तुहानूं खुशी नहीं ना होंदा तो की करदे। ये संगतां दीयां अरदासां सन जिहड़ियां मोड़ के मैनूं ले आईयां। पंजी मई होएगी, 24 मई होएगी, मैनूं ध्यान नहीं। मन च आया कि तेरा अंत समय आ गया। सच्ची गल खोल रहा तुहाडे नाल, घर वालियां नाल नहीं गल कर पाया, पर शांत विहार गया। 26 तरीक सी, मैं क्या बच्चों एक कागज़ दिओ, एक कागज़ दिओ, कुछ हिसाब लिख के जा रहे हैं, इस चीज़ नूं तुसीं बाद ही संभाल लेना, सारे परिवार नूं देना है, जिन्हों देना है। उत्ते 26 तरीक भी पाई, फिर मेरा चक्कर नहीं लग्या उत्थे। तो मैं क्या मैनूं पता नहीं की अंदरों लगता है, शायद
मेरा अंत समय आ गया है। तो बच्चे बड़े मायूस होए, तो मन च इन्हां दे बड़ी खफकी भी आएगी, ये गल क्यों कर रहे हो तुसी। तो जिस दिन हस्पताल दाखल होया तो उस दिन उम्मीद नहीं सी कि मैं वापस आवांगा, लेकिन आप जी दी जो अरदासां सन, जो प्यार सी, जो आप जी का फिर आके पता चलिया संगतां ने कोई कसर नहीं छोड़ी, रात दिन एक कर दिता। बाणी विच भी, नितनेम विच भी रात दिन वरनियां चलियां। मैं हस्पताल बैठा, मैनू ये भी पता है कि बाहरों किसी नूं अंदर नहीं आण देंदे, लेकिन बाहर पता नहीं कितनी शरीर खड़े जेड़े मैनू बाद जाके पता चलिया कि सब नूं पता है कि अंदर किसी नहीं आण देना, लेकिन हस्पताल के बाहर जिन इकट्ठे हो जाते सन विचारे, उन्होंने मन जो सी वो जानन। तो ऐसी बख्शिश आप संगतां दा, मतलब कि मैं तो ये कहूँगा मैं आप संगतां दा ऋणी हाँ। जिन्होंने मैनू नवा जीवन दिवाया सतगुरां कोलों। तो ये जीवन जिहड़ा है हुण इस तरीके होवे कि गुरु महाराज के चरणों नाल जुड़े, तो आप लोगों की सेवा मैं भली प्रकार कर सकां, कदे मेरे मूँह चों ना निकले, यही उम्मीद करना, गुरु कोलों मंगना। सच्चे पातशाह आप दा पुरब मनाना सी, अज हाजरियां भरनियां सन, इस संगत के चरणों की खराद मेरी झोली च पई, मैनू जीवन दान मिलिया। ये भी एक सामने प्रतख लोग तो साकी सुनते सन, मेरे ते बीती है। मैं तो सामने बैठा आप जी ते, आप जी ने सब ने वेख्या है। कोई इस तरह घट ही मिलिया होना जिन्हें गल कही होवे, लेकिन मैं आप जी के सामने एक मिसाल बन के बैठा। गुरु किरपा करे, ये प्यार जिहड़ा अज संगतां दे विचकार, भावें उस तरह डिस्टेंस करके दूरियां होणगियां, लेकिन सब दे दर्शन टीवी ते सामने नाल दे नाल होंदे रहे। गुरु किरपा करे, बस थोड़ा टाइम होर लगेगा, डॉक्टरां मुताबक चलना फिरना शुरू हो जाए, तो फिर एक बार ये जिहड़ा करजा आप जी ने चाढ़े है मेरे ते, सारे डेरियां ते हाजरियां लवाणियां ने, तो दूर नेड़े नहीं वेखना कित्थे हैगा। तो गुरु किरपा करे, सब सुख होवे। सारी सृष्टि ये जिहड़ा दुख आया, ये जिहड़ा दुख आया ना, ये पूरी सृष्टि तो एक नहीं मतलब ही बन के अपने वास्ते सुख मंगीए। ये अरदासां आप जी गुरु महाराज के चरणों करो कि पूरी सृष्टि तो ही हट जाए, क्योंकि गुरु महाराज ने सानू शब्द राइए सुनाया, ना को बैरी ना ही बेगाना। तो सानू कोई बैरी नहीं है, कोई बेगाना नहीं है। सतगुरां दे वचन तारिया जहान, वो जिहड़ा जहान है वो समूह संगत विच उहदे कोई धर्म नहीं आंदा। विश्व भर दे सारे धर्म ये आते हैं, सब कुछ यदि सिखलावट सानू यही दी गई है। सतगुरां दा इतिहास वेखीए तो ना उन्होंने हिंदुओं नाल वैर रखा, तो ना उन्होंने मुसलमानों नाल वैर रखा, किसी कौम नाल उन्होंने वैर नहीं रखा। और अगर आप कहोगे तो ध्यान करो, साखी डॉक्टर रामचंद दी, वो अंग्रेज सी जिहदा बच्चा बीमार सी। ये ना कहना कि अंग्रेज रह गए ने। तो डॉक्टर रामचंद पहुँचा कित्थे? सतगुर भगवान दास साहब जी कोल, कि इतना वड्डा मेरे को आ गया है, इस अंग्रेज के बच्चे नूं मैं किहड़ी दवाई देवां, पहले ही इतनियां लै चुकिया। तो दवाई उत्थे दिती, सतगुरां ने जो भी अमृत दिता, तो वो अंग्रेज बच्चा भी ठीक होया। तो कहने लगे कि ये ना सोचो हिंदू मुसलमान क्रिश्चन सब आ गए, सारे धर्म दुनिया दे आ गए, क्योंकि मिसालां बनियां ही ने साढ़े कोल। असीं कदे नहीं कहा कि कोई क्रिश्चन भी आया, वो क्रिश्चन ही सी अंग्रेज जिहड़ा सी। तो दुनिया ते सब वास्ते सतगुरां ने कृपा की, सब धर्मां वास्ते की। तो इस करके जिथे जिथे भी है सच्चे पातशाह कोलों मंगीए पूरी सृष्टि सुख होवे।
पूरी सृष्टि सुख होवे। तो ये जड़ियाँ रौनक मेले लगे ने, या तो गुरु महाराज को ये मंगीए कि इतना वड्डा स्थान दे दे, तो पलंग साहब आप जी का सामने होवे, तो गुरपुरब पलंग साहब जी की हजूरी जी मनाई है आप जी का। आप जी को ये मंग मंगने हैं कि इतना वड्डा स्थान दे दे कि सुशोभित होवे पलंग साहब, तो सारी संगत या तो आप जी की गोद च बह के बनावे, नहीं तो इस तरह जोड़ा मना रहे हैं भी ठीक है। आप जी की मोहर लगी है, स्थान बने ने, क्योंकि संगत अगर इकट्ठी भी होवे दूरों नेड़े आई तो, लेकिन आप जी की मौजूदगी जरूर है। क्योंकि बहुत साल पहले अगर आप जी को याद होवे, सतगुरां दा प्रकाश उत्सव जोड़ा आंदा है वो 23 अगस्त तो बाद ही आता है, जुलाई तो बाद आता है। तो इत्थे नितनेम शुरू हो जाते सन, लड़ियाँ शुरू हो जांदियां सन, तो असी पुरब मनाने अलग अलग शहरां जाते सन। तो सच्चे पातशाह सतगुर सेवा राम जी ने जदों समय बनया, उन्होंने महसूस किया कि बई डेरे ते असी इतना वड्डा महायज्ञ आरंभ किया है, तो इनू सुना करके असी बाहर चले जाने हैं, इतने वड्डे महायज्ञ चल रहे हैं, तो पिछों कोई 2-4 शरीर जोड़े सेवादार ने वही रह जाते हैं, तो इत्थे तो कोई रौनक रही ना। जबकि रौनक तो मालक के चरणों च होनी चाहिए है, बरकतां तो सानू खुशियां जड़ियां ने सतगुरां के चरणों च मिलनियां ने। तो फिर सतगुरां ने ऐसी बख्शिश कर दी कि बई हुण जोड़े गुरपुरब होणगे सतगुरां दे प्रकाश उत्सव, वो सारे ही डेरे ते मनाए जाणगे। लेकिन किसी शहर वाले दे मन च आवे, किसी परसनल दे मन च आवे कि मैं दिन मनाना है, तो उन्होंने यही कहो भी तू हापड़ आ जा, जो सेवा करनी है वो तू सेवा इत्थे आके कर। लेकिन गुरपुरब ये जड़ा है ना, रौनकां जड़ियाँ लगियां हुई ने, उन्हां कमी नहीं आनी चाहिए। गुरपुरब असी अपने स्थान ते ही मनावांगे। तो हुण उस टाइम की गल है जदों इतनियां भीड़ां भी नहीं होंदियां सन। हुण पिछले 5-7-8 सालों तो वेख रहे हैं कि रखड़ी वाले दिन आना जाना बहुत मुश्किल होता है। तो ऐतकी कुछ कुदरती तौर पर वेख लेती। आप वेख लो कि ये गुरपुरब जोड़ा मनाया है, भावें एक दिन घट कर देता, हालात नूं वेखदे हुए, और कोई ये हमेशा वास्ते नहीं होया, सिर्फ हालात नूं। लड़ियाँ चलनगियां तो 23 तरीक सवेरे भोग पैना, निरंतर पिछों लड़ी चलती है आनी है। 22 तरीक शाम के प्रोग्राम होने ही होने ने। 22 जी इत्थे हुण 5-6-7 चलते हैं, तो 4 तरीक 22 तरीक के भी प्रोग्राम होने ने जुलाई के, तो 4 तरीक भी शाम नूं इस तरह, क्योंकि भोग जदों रखा जाएगा तो भोग तो उसी अनुसार पैना, तो पहले दिन भी रौनकां लगनियां ने। लेकिन ये रौनक तुसी ये ना वेखो गिनती साड़ी कितनी है, लेकिन आनंद कितने गुणा असी ज़्यादा माणिया, इस चीज़ नूं महसूस करो। इस तरह लग्या गुरु महाराज दे बिल्कुल गोद च बैठ के असी पुरब मनाया, तो सच्चे पातशाह साढ़े सिर ते हाथ रख रहे ने, सदा साढ़े वाल वेख रहे ने, इस तरह महसूस किया। ये बख्शिश सच्चे पातशाह कोलों मंगी है कि सच्चे पातशाह ये खुशियां जड़ियाँ ऐतकी दित्तियां नहीं, सारिਆਂ ਨੂੰ मिलियां। दूर नेड़े रह के किसी को महसूस नहीं होया। ये बच्चे भी निरंतर, एक कैमरा उन्हों का मैं वेख्या कि निरंतर पलंग साहब के कमरे च उन्होंने दर्शन करांदा रहा। तो इस करके उन्होंने किसी को भी दूर नेड़े वाले को महसूस नहीं होया कि बाबे डेरे दे असी दर्शन नहीं किए। तो सारिਆਂ ਨੂੰ खुले दर्शन, एक कैमरा उत्थे पिया रहा। तो गुरु के चरणों यही है कि ये जड़ियाँ हुण इधर कहते ना पुरानियां गल्लां होंदियां सन, ये जड़ियाँ ये फोटोआं सामने कह लीए या स्वरूप कह लीए, अज इन्हों हिरदे छाप के लैके जाना है। दूरी की गल हुण समझो, इस चौखट तो बाद निकले तो सब दूर है। जो तक अंदर बैठे सब कुछ बराबर है साढ़े सारियां वास्ते। इस चौखट तो बाहर निकल गए, कोई 1 मील ते रहिंदा है या कोई 100 मील ते रहिंदा है, कोई 1000 मील ते रहिंदा है। दर्शन उसी तरह ही ने। लेकिन इत्थे हिरदे ये छाप साढ़े छपी होएगी
तो फिर गुरु महाराज साढ़े कोलों दूर नहीं। वो सदा नाले वो 1 मील वाला अगर उन्होंने याद करे तो वो नाल है, ना करे तो वो नाल भी नहीं, तो 1000 मीला याद करे तो वो नाल है। तो ये बख्शिश सच्चे पातशाह दी। इतने सारे गुरपुरब झोली सब दे पे, सारे इस गल नूं उस मालक दा शुक्र गुजार करिए कि सच्चे पातशाह दी संगतां समेत डेरियां दे भी साढ़े भाग कितने उच्चे कि कितने सारे डेरियां दे दर्शन हो गए। जिन्हें नहीं कीते से उन्होंने भी कर लेते हैं, इधर वालिया ने भी तो उधर वालिया ने भी। सरबत का भला होया। ये 75वां साल जिहड़ा है सरबत के भले वास्ते सी, ये यादगार सी, तो ये सारी जिंदगी रहनी है। हो सकता है 100 साल तक विचों साढ़े काफ़ी सारे असी ना होइए, लेकिन जेड़े 25 30 40 50 साल तक दे कह सकना जेड़े होणगे वो सारे कहणगे हाँ जी असी 75 साल जोड़ा मनाया सी, भावें वड्डी उम्र के हो जाएंगे। जोड़ा 25 साल वाला वो 50 साल तक पहुँचेगा, 40 वाला 60 65 तक पहुँचेगा। तो ये गल्लां जड़ियां ने सारियां पुरानियां ते रिकॉर्ड साढ़े कोल नहीं सी, लेकिन ये जड़ियां कीतियां वार्तावां ने सारियां शायद यूट्यूब ते चल जाण, पता चल जाए कौन सी जी, ये बतरा सी, ये दास दा सी, ये सारे जड़े बैठे ने नौजवान कहणगे हाँ जी इन्हां दे असीं दर्शन कीते सन। ये सच्चाई है, इसनूं असीं नहीं झुटला सकते, क्योंकि ये संसार है, ये रचना रची है परमात्मा ने, जिन्हों सानू एक्सैप्ट करना पेगा। इनू सच्चाई कहते ना, जितनी जल्दी एक्सैप्ट कर लीती जाए उतनी अच्छी होती है। ये सच है। आज 60 साल वाला कहे मैं 100 साल और जीवांगा, तो यदि सोच हो सकती है, या कोई गुरु महाराज की कृपा हो जाए तो गल वखरी है, नहीं तो की कह सकता है। वैसे तो अगले पल का भी नहीं पता की होएगा या नहीं किसका, लेकिन गुरु महाराज ने ये सानू एक ऐसा संयोग बनाया, समझ नहीं आ रहा कि लफज आवन मन में। उस मालक का सिर्फ शुकराना, तो सिर्फ शुकराना। तो संगतां ने जिन्होंने सारिया संगतां ने सहयोग किया, इस गुरपुरब के पात्र बने। तो समूह संगत नूं मैं तो यह कहूँगा, गुरपुरब असी ज्योति जोत, एक रागी आए सन कहते ज्योति जोत गुरपुरब नहीं, इनू समागम कहो। अगर याद होए बतरा जी नूं, वो कह लगे ज्योति जोत गुरपुरब नहीं, महापुरखा दे समागम होंदे ने। क्योंकि असी इत्थे बख्शिशां लैण आए हाँ, तो ये समागम इत्थे सालाना समागम ही लिखिया देखो सामने, ये सालाना समागम है। वो मालक हुणी साखी सुना रहे सन ना, और फिर कितनियां साखियां आज तक सतगुरु भगवान दास जी दर्शन दिते। असी दर्शन नहीं किते। राजू जी छोटे होंदे सन, इन्होंने दर्शन किते, मंग मंगी सतगुरां कोलों, सामने बैठे ने। इन्हां दर्शन थोड़ी किते सन, लेकिन सतगुरु जी पहुँच गए, घर ही सवारे बच्चे दे। तो ये बख्शिशां ये कहीए कि वो तो मालक हाज़र नाज़र है। असी जिस रूप में उन्होंने कहीए, अगर उन्होंने कहीए कि सानू सतगुरु संगते के रूप में दर्शन करने, तो सतगुरु संगते के रूप में आ जाएगा। जेड़े रूप में आप जी कहोगे उस रूप में तुहानू दर्शन दे जाएगा। तो इस करके ये गल्लां नहीं ने। तो संगतां दे विचकार ये भी है, जिन्हें सतगुरां नू वो साखी सुनी है आप जी ने, द्वारका तो जिहड़ा पंडित आया सी, जदों क्या पार ब्रह्म का निवास किधर है, तो जदों उन्हें सिर झुका के उतर चुकिया, फिर जिस जिस रूप में उन्हें चाहया, सतगुरु ने उन्होंने उस रूप में दर्शन दिते। काशी कह रहा द्वारका का रहन वाला सी, कृष्ण के रूप में भी दर्शन होए उन्होंने। हर रूप सतगुरां दे जिस जिस रूप नूं वेखदा रहा उस रूप में दर्शन होए।
ਤੇ ਆਪਣੀ ਇਤਿਹਾਸ ਦੀਆਂ ਵੀ ਇਹ ਸਾਖੀਆਂ ਹੈਗੀਆਂ ਨੇ ਕਿ ਜਿਹਨੇ ਜਿਸ ਰੂਪ ਵਿੱਚ ਸਤਿਗੁਰਾਂ ਦੇ ਦਰਸ਼ਨ ਮੰਗੇ, ਕ੍ਰਿਸ਼ਨ ਦੇ ਰੂਪ ਵਿੱਚ ਮੰਗੇ, ਸ਼ਿਵ ਜੀ ਦੇ ਰੂਪ ਵਿੱਚ ਮੰਗੇ, ਤੇ ਸਤਿਗੁਰਾਂ ਨੇ ਆਪਣਾ ਰੂਪ ਉਸ ਤਰ੍ਹਾਂ ਦਿਖਾਇਆ ਉਹਨੂੰ। ਲੇਕਿਨ ਫਿਰ ਸੋਝੀ ਪਾਈ ਕਿ ਬਈ ਉਹ ਜਿਹੜਾ ਰੂਪ ਸੀ ਮੇਰਾ ਉਸ ਸਮੇਂ ਦਾ ਸੀ, ਅੱਜ ਮੈਂ ਇਸ ਬਾਣੇ ਵਿੱਚ ਹਾਂ। ਤੇ ਫਿਰ ਉਹਨਾਂ ਨੇ ਉਸ ਚੀਜ਼ ਨੂੰ ਅਪਣਾ ਲਿੱਤਾ। ਤੇ ਕਹਿਣ ਦਾ ਮਤਲਬ ਹੈ ਕਿ ਗੁਰੂ ਮਹਾਰਾਜ ਨੇ ਤਾਂ ਸਦਾ ਸੋਝੀ ਦਿੱਤੀ। ਜਿਸ ਤਰ੍ਹਾਂ ਅਸੀਂ ਮਨ ਬਣਾਇਆ ਉਸ ਰੂਪ ਵਿੱਚ ਦਰਸ਼ਨ ਹੋਏ। ਸੱਚੇ ਪਾਤਸ਼ਾਹ ਕੋਲੋਂ ਇਹੀ ਬਰਕਤ ਵੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਆਪਣੀ ਸੰਗਤਾਂ 'ਤੇ ਜਿੱਥੇ ਵੀ ਹਨ ਆਪਦੀਆਂ, ਜਿਨ੍ਹਾਂ ਸੰਗਤਾਂ ਨੇ ਆਪ ਦਾ ਗੁਰਪੁਰਬ ਜਿੱਥੇ ਵੀ ਮਨਾਇਆ, ਸਭ ਦੇ ਮਨ ਦੇ ਮਨੋਰਥ ਪੂਰੇ ਕਰਨਾ, ਸਭ ਨੂੰ ਨਾਮ ਬਾਣੀ ਨਾਲ ਜੋੜਨਾ, ਸਭ ਨੂੰ ਪਿਆਰ ਬਖਸ਼ਣਾ, ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਦਰ ਦੀਆਂ ਹਾਜ਼ਰੀਆਂ ਬਖਸ਼ਣੀਆਂ। ਇਹੀ ਚੀਜ਼ਾਂ ਮੰਗੀਆਂ ਕਿ ਆਪਣੇ ਦਰ ਦੀਆਂ ਹਾਜ਼ਰੀਆਂ ਬਖਸ਼ ਦਿਓ। ਕੋਈ ਵਿਚਾਰਾ ਦੂਰ ਬੈਠਾ ਹੈ, ਦਰਸ਼ਨ ਕਰਕੇ ਅੱਜ ਉਹਦਾ ਵੀ ਜੀਵਨ ਸਵਰ ਰਿਹਾ ਹੈ, ਉਹ ਵੀ ਤਰ ਜਾਏ ਅਤੇ ਉਹਦਾ ਵੀ ਕਾਰਜ ਰਾਸ ਹੋ ਜਾਏ। ਗੁਰੂ ਕਿਰਪਾ ਕਰੇ ਅਤੇ ਸਮੂਹ ਸੰਗਤਾਂ ਦਾ, ਕਿਉਂਕਿ ਸੇਵਾਦਾਰ ਨੇ ਵੀ ਖੂਬ ਸੇਵਾ ਕੀਤੀ। ਸੰਗਤਾਂ ਤਾਂ ਸਾਰੀਆਂ ਲਗਭਗ ਲੋਕਲ ਹੀ ਆ, ਅਸੀਂ ਵੀ ਲੋਕਲ ਹੀ ਗਿਣਦੇ ਹਾਂ ਆਪਣੇ ਆਪ ਨੂੰ, ਕਦੇ ਦਿੱਲੀ ਵਾਲਾ ਨਹੀਂ ਗਿਣਿਆ, ਕਿਉਂਕਿ ਦਾਸ ਦਾ ਤਾਂ ਜਨਮ ਹੀ ਆਪੜ ਦਾ, ਘਰ ਹੀ ਆਪੜ ਗਿਣਦਾ ਆਪਣਾ। ਭਾਵੇਂ ਉੱਥੇ ਤਾਂ ਅਸੀਂ ਪਰਦੇਸੀਆਂ ਵਾਂਗਣ ਰਹਿੰਦੇ ਹਾਂ, ਘਰ ਤਾਂ ਅਸਲੀ ਸਾਡਾ ਇਹੀ ਹੈ। ਇਹ ਸੱਚਾਈ ਹੈ। ਤਾਂ ਹੀ ਕਹਿੰਦੇ ਨਾ ਸ਼ਹਿਰ ਨਾਲ ਪਿਆਰ ਹੈ। ਇੱਥੇ ਹਰ ਹਫ਼ਤੇ 15 ਦਿਨ ਬਾਅਦ ਆ ਜਾਂਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਅਤੇ ਸਮੂਹ ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ, ਜਿਹੜੀਆਂ ਬਾਹਰ ਵੀ ਨੇ ਇੱਥੇ ਵੀ ਨੇ, ਸਭ ਦਾ ਧੰਨਵਾਦ। ਅਤੇ ਇਸ ਪ੍ਰੋਗਰਾਮ ਨੂੰ ਇਤਨਾ ਆਪ ਜੀ ਨੇ ਸਭ ਨੇ ਕਾਮਯਾਬ ਬਣਾਇਆ। ਮਿਲ ਕੇ ਉਹ ਮਾਤਾ ਜੀ ਦੇ ਵਚਨ ਕਿ ਆਪ ਜੀ ਸਾਰੇ ਮੇਰੇ ਖੰਭ ਹੋ, ਖੰਭ ਨੂੰ ਸਮਝਣਾ ਕਿ ਮੇਰਾ ਹਿੱਸਾ ਹੈ, ਉਹ ਮੇਰੇ ਸਰੀਰ ਦਾ ਹਿੱਸਾ, ਉਹ ਮੇਰੇ ਅੰਗ ਹੋ। ਕਿਉਂਕਿ ਕਹਿੰਦੇ ਨੇ ਖੰਭਾਂ ਬਗੈਰ ਪਕਸ਼ੀ ਜਿਹੜਾ ਨਾ ਉਡਾਨ ਨਹੀਂ ਭਰ ਸਕਦਾ। ਅਤੇ ਕਹਿੰਦੀ ਮੈਂ ਇਤਨੀ ਉੱਚੀ ਉਡਾਨ ਮਾਤਾ ਜੀ ਕਹਿੰਦੇ ਸਨ ਭਰ ਲੈਂਦੀ ਹਾਂ। ਜਿੱਥੇ ਮੇਰਾ ਦਿਲ ਹੁੰਦਾ ਮੈਂ ਉੱਥੇ ਚਲੀ ਜਾਂਦੀ ਹਾਂ। ਜਿਤਨਾ ਵੱਡਾ ਕਾਰਜ ਹੁੰਦਾ ਉਹ ਮੈਂ ਮਨਾ ਲੈਂਦੀ ਹਾਂ। ਆਪ ਜੀ ਸਭ ਨੇ ਸਹਿਯੋਗ ਕੀਤਾ। ਉਹੀ ਮਾਤਾ ਜੀ ਦੀ ਗੱਲ ਆ ਗਈ, ਖੰਭ ਹੋ ਆਪ ਸਾਰੇ। ਪਹਿਲੇ ਵੱਡਿਆਂ ਦਾ ਧਿਆਨ ਰੱਖਿਆ, ਹੁਣ ਬੱਚਿਆਂ ਦਾ ਵੀ ਧਿਆਨ ਰੱਖ ਰਹੇ ਹੋ ਆਪ ਸਾਰੇ ਮਿਲ ਕੇ। ਗੁਰੂ ਕਿਰਪਾ ਕਰੇ, ਇਹ ਕਿਰਪਾ ਦ੍ਰਿਸ਼ਟੀ ਸਤਿਗੁਰਾਂ ਦੀ ਸਭ 'ਤੇ ਬਣੀ ਰਹੇ ਅਤੇ ਇਹ ਜੋੜ ਮੇਲੇ ਵੀ ਇਸ ਤਰ੍ਹਾਂ ਬਣੇ ਰਹਿਣ, ਤਾਂ ਕਿ ਇਹ ਸੰਗਤਾਂ ਦੇ ਦਰਸ਼ਨ ਹੁੰਦੇ ਰਹਿਣ, ਬਾਣੀਆਂ ਕਹਾਣੀਆਂ ਹੁੰਦੀਆਂ ਰਹਿਣ। ਅਤੇ ਇੱਕ ਧਿਆਨ ਜਿਹੜਾ ਮੇਨ ਵਾਰ ਕਹੀਦਾ ਹੈ ਕਿ ਇਹ ਜਿਹੜੀਆਂ ਸਾਖੀਆਂ ਨੇ, ਜਿਹੜਾ ਇਤਿਹਾਸ ਹੈ, ਇਹ ਸਾਰੀਆਂ ਚੀਜ਼ਾਂ ਅੰਦਰ ਵਸਾ ਕੇ ਜਾਣੀਆਂ ਨੇ, ਅੰਦਰ ਵਸਾ ਕੇ ਜਾਣੀਆਂ ਨੇ। ਇਹ ਅੰਦਰ ਵਸਣਗੀਆਂ ਅਤੇ ਕੰਮ ਕਰਨਗੀਆਂ। ਸ਼ਬਦ ਕੋਈ ਵੀ ਅਸੀਂ ਪੜ੍ਹਨੇ ਆ ਜਾਂਦਾ ਹੈ, ਉਸ ਸ਼ਬਦ ਦਾ ਸਵਾਦ ਅਗਰ ਕੰਨ ਲੈਣਾ ਅਤੇ ਉਹਦਾ ਮਤਲਬ ਜਦੋਂ ਤੱਕ ਨਹੀਂ ਪਤਾ ਹੋਏਗਾ, ਅਰਥ ਨਹੀਂ ਪਤਾ ਹੋਣਗੇ, ਤਾਂ ਤੱਕ ਸਵਾਦ ਨਹੀਂ ਆਉਣਾ। ਸਾਖੀ ਕੋਈ ਵੀ ਸੁਣੀ ਹੈ, ਉਹਦੀ ਜੜ ਤੱਕ ਨਹੀਂ ਜਾਵਾਂਗੇ। ਇਸ ਗੱਲ ਨੂੰ ਨਾ ਸਮਝਣਾ ਕਿ ਇਹ ਸਾਖੀ ਛੋਟੀ ਸੀ ਜਾਂ ਵੱਡੀ ਸੀ। ਉਸ ਦੀ ਗਹਿਰਾਈ 'ਚ ਜਾਣਾ ਕਿ ਉਹ ਸਾਖੀ ਸਾਨੂੰ ਸਮਝਾਉਣਾ ਕੀ ਜਾਂਦੀ ਸੀ। ਉਹ ਇਤਿਹਾਸ ਦੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਕਿਸੇ ਦੀ ਪਾਤਸ਼ਾਹੀ ਦੀ ਹੋਵੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਝਣਾ ਹੈ, ਗਿਆਨ ਨੂੰ ਆਪਣੇ ਅੰਦਰ ਵਸਾਉਣਾ ਹੈ। ਅਤੇ ਭਾਂਡੇ ਜਿਹੜੇ ਨੇ ਨਾ ਸਾਡੇ ਬਤਰਾਈ ਨੇ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਅਤੇ ਕਿਹਾ ਸੀ ਨਾ ਤਾਂ ਮੋਰੀ ਹੋਵੇ ਅਤੇ ਨਾ ਪਲਟੇ ਹੋਵਣ, ਅਤੇ ਨਾ ਪੁੱਠੇ, ਪਲਟੇ ਦਾ ਮਤਲਬ ਪੁੱਠੇ ਹੋਵਣ। ਮੋਰੀਆਂ ਵੀ ਨਾ ਹੋਵਣ ਸਾਡੇ ਵਿੱਚ ਅਤੇ ਪੁੱਠੇ ਵੀ ਨਾ ਹੋਵਣ। ਭਾਂਡੇ ਸਿੱਧੇ ਹੋਵਣ ਅਤੇ ਬਿਨਾਂ ਮੋਰੀਆਂ ਦੇ ਹੋਵਣ, ਤਾਂ ਕਿ ਚੀਜ਼ ਪਵੇ ਅਤੇ ਉਹਦੇ ਟਿਕ ਜਾਵੇ। ਅਤੇ ਉਹ ਟਿਕਾ ਸਾਨੂੰ ਗੁਰੂ ਮਹਾਰਾਜ ਕੋਲੋਂ ਮੰਗਣਾ ਹੈ। ਅਤੇ ਉਹ ਜਿਹੜੀਆਂ ਮੋਰੀਆਂ ਨੇ ਉਹ ਸਾਡੇ ਔਗਣ ਨੇ,
ਉਹ ਸਾਡੇ ਮੋਰੀਆਂ ਜਿਹੜੀਆਂ ਨੇ ਉਹ ਸਾਡੇ ਔਗਣ ਨੇ। ਉਹਨਾਂ ਛਿਦਰਾਂ ਨੂੰ ਬੰਦ ਕਰਨ ਦਾ ਮਤਲਬ ਕਿ ਅਸੀਂ ਇਹ ਬੰਦ ਕਰ ਦਿੱਤਾ, ਹੁਣ ਅੱਗੋਂ ਨਹੀਂ ਕਰਨਾ ਇਹ ਕੰਮ। ਆਪਣੇ ਔਗਣਾਂ ਤੋਂ ਆਪਣੇ ਆਪ ਨੂੰ ਬਚਾਉਣਾ ਹੈ, ਅਤੇ ਗੁਰੂ ਨੇ ਜੋ ਸਾਨੂੰ ਗਿਆਨ ਦਿੱਤਾ ਉਹਨੂੰ ਹਿਰਦੇ 'ਚ ਵਸਾਉਣਾ ਹੈ। ਇਹ ਬਖਸ਼ਿਸ਼ ਸੱਚੇ ਪਾਤਸ਼ਾਹ ਕੋਲੋਂ ਅੱਜ ਲੈ ਕੇ ਜਾਣੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਜਿੱਥੇ ਜਿੱਥੇ ਡੇਰੇ 'ਤੇ ਵੀ, ਇੱਥੇ ਬੈਠਾ ਹਾਂ ਇੱਧਰ ਵਾਸਤੇ ਨਹੀਂ, ਸਭ ਵਾਸਤੇ, ਜਿੱਥੇ ਜਿੱਥੇ ਵੀ ਗੁਰੂ ਮਹਾਰਾਜ ਕਿਰਪਾ ਕਰੇ। ਇਤਨੀ ਇੱਕ ਹਾਜ਼ਰੀ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ क्षमा ਕਰਨਾ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾ। ਧੰਨ ਧੰਨ ਸਤਿਗੁਰੂ।